भी दोस्त मझां गावां रखण वाले ने सब तो पहलों तो वीडियो गौर नाल वेखनी है। अगर तुहानू अच्छी लगी एक गल तुहाडे भी दिमाग 'च बैठी तो तुसां इन्नी शेयर करनी है कि इस टाइम मौजूदा वजीर आला मरियम नवाज के अगे वीडियो जाए, मौजूदा सदर पाकिस्तान मियाँ शहबाज शरीफ साहब अगे वीडियो जाए कि प्रॉपर जिहड़ा डेयरी फार्मिंग है ना कि सोने नूं सुनियारा जानदा है तो लोहे नूं लोहार जानदा है। अपने काम का हर बंदा चोर हुंदा है, अपने काम की हर बंदे नूं समझ हुंदी है। असी डेयरी फार्मिंग करने आ, असी डंगरां नूं सांभने आ, पट्ठे पाने आ, कदे पता लगदा टैक्स वध गया, कदे पता लगदा दुध दा रेट घट गया, कदे वध गया, कदे पाउडर वाला आ गया। दोस्तों टॉपिक अज इस ते गल करनी है कि 15 पॉइंट्स मैं जिहड़े रोज़मर्रा जिंदगी दे विच वेखे ने कि यार पाकिस्तान दे विच दुनिया च की हुंदा है तरक्की याफ्ता मुल्कां च कि हर जिहड़ा भी कोई फील्ड है ना, कोई गड्डियां दी है, कोई मझां दी है, कोई मिस्त्रियां दी है, किसी भी तरह की कोई फील्ड है ਉਹਦੇ प्रॉपर महकमे ਹੁੰਦੇ ਨੇ ਜਿਹੜੇ ਉਹਦੀਆਂ ਕਲਾਸਿਸ ਦਿੰਦੇ ਨੇ। ਸਾਡੇ ਪਾਕਿਸਤਾਨ 'ਚ ਅਸੀਂ ਡੰਗਰਾਂ ਨੂੰ ਸਾਂਭਣ ਵਾਲੇ ਜ਼ਿਆਦਾਤਰ ਅਨਪੜ੍ਹ ਲੋਕ ਆ, ਪੜ੍ਹੇ ਲਿਖੇ ਨਹੀਂ, ਐਜੂਕੇਟਿਡ ਨਹੀਂ। ਸਾਡੇ 'ਚ ਕੋਈ ਡਾਕਟਰ ਨਹੀਂ ਹੈ ਡੰਗਰਾਂ ਦੇ, ਕੋਈ ਸਮਝ ਨਹੀਂ ਰੱਖਦੇ, ਕੋਈ ਵੀਏ ਨਹੀਂ, ਕੋਈ ਡੀਵੀਐਮ ਨਹੀਂ। ਅਸੀਂ ਇਸੇ ਤਰ੍ਹਾਂ ਹੀ ਜਿਹੜਾ ਨਾ ਖਾਨਦਾਨੀ ਡੰਗਰਾਂ ਨੂੰ ਸਾਂਭਦੇ ਆ ਰਹੇ ਹਾਂ। ਅਸੀਂ ਬੜੇ ਘਰ ਸਿਆਣੇ ਬਣਨੇ ਆ, ਸਾਡੇ ਵੱਡੇ ਬੜੇ ਸਿਆਣੇ ਬਣਦੇ ਨੇ, ਲੇਕਿਨ ਹਕੀਕਤ ਦੇ ਵਿੱਚ ਅਸੀਂ ਬੇਵਕੂਫ ਹਾਂ, ਪਤਾ ਸਾਨੂੰ ਕਿਸੇ ਗੱਲ ਦਾ ਨਹੀਂ। ਗੁਜ਼ਾਰਿਸ਼ ਇਹ ਵੇ, ਰਿਕੁਐਸਟ ਇਹ ਵੇ ਕਿ ਗਵਰਨਮੈਂਟ ਨੂੰ ਚਾਹੀਦਾ ਕਿ ਪੰਜਾਬ ਲੈਵਲ ਤੇ ਪੂਰੇ ਪੰਜਾਬ ਦੇ ਵਿੱਚ ਔਰ ਇਸ ਪ੍ਰੋਗਰਾਮ ਦੇ ਵਿੱਚ ਗਵਰਨਮੈਂਟ ਦਾ ਕਿਤੇ 1 ਰੁਪਈਆ ਵੀ ਖਰਚਾ ਨਹੀਂ ਆਏਗਾ। ਟੋਟਲ ਫ੍ਰੀ ਕੰਮ ਹੈ, ਸਿਰਫ ਮੈਨੇਜਮੈਂਟ ਕਰਨੀ ਹੈ। ਜਿਹੜੇ ਡਾਕਟਰ ਪ੍ਰੋਫੈਸਰ ਗਵਰਨਮੈਂਟ ਸਰਕਾਰੀ ਨੇ ਇਸ ਟਾਈਮ ਵਿਹਲੇ ਬਹਿ ਕੇ ਖਾਣ ਡੇ ਨੇ, ਉਹਨਾਂ ਨੇ ਕੰਮ ਕਰਨਾ ਤੇ ਕਰਵਾਉਣਾ ਤੁਸੀਂ, ਇਹ ਮੈਨੇਜਮੈਂਟ ਤੁਸੀਂ ਬਣਵਾਉਣੀ ਹੈ। ਫਾਇਦੇ ਦੇ ਅੱਲਾ ਦੇ ਫਜ਼ਲ ਨਾਲ ਇੰਨੇ ਕੁ ਹੋਣਗੇ ਕਿ ਤੁਹਾਡੀ ਸੋਚ ਹੈ। ਕਰਨਾ ਕੀ ਹੈ, 15 ਪੁਆਇੰਟਸ ਨੇ, ਕੱਲੇ ਪੁਆਇੰਟਸ ਨੂੰ ਗੌਰਮੈਂਟ ਕੋ ਬੰਦਾ ਰਾਬਤਾ ਕਰੇ, ਕੋ ਬਹਿ ਕੇ ਮਜ਼ੀਦ ਇਹਦੇ ਤੇ ਜਿਹੜਾ ਨਾ ਚੀਜ਼ਾਂ ਨਿਕਲ ਸਕਦੀਆਂ ਨੇ ਕਿ ਪ੍ਰੋਪਰ ਜਿਹੜਾ ਇੱਕ ਅਨਪੜ੍ਹ ਬੰਦਾ ਹੈ, ਥੋੜਾ ਬਹੁਤਾ ਪੜ੍ਹਿਆ ਲਿਖਿਆ, ਬਹੁਤ ਪੜ੍ਹਿਆ ਲਿਖਿਆ, ਹਰ ਬੰਦਾ ਇੱਕ ਕਲਾਸ ਜਾਂ ਇੱਕ ਸੈਮੀਨਾਰ ਐਸਾ ਹੋਏ ਕਿ ਜਿਹਦੇ ਵਿੱਚ ਪੂਰੇ ਏਰੀਏ ਦੇ ਜਿਹੜੇ ਫਾਰਮਰਸ ਨੇ ਯੂਨੀਅਨ ਕੌਂਸਲ ਲੈਵਲ ਤੇ ਜਾਂ ਤਹਿਸੀਲ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਮੁxtਲਿਫ 3 4 5 ਪਿੰਡਾਂ ਦੇ ਵਿੱਚ ਜਿਹੜਾ ਨਾ ਜਿੱਥੇ ਵੈਟਰਨਰੀ ਹਸਪੀਟਲ ਹੁੰਦਾ ਉੱਥੇ ਇੱਕ ਐਸਾ ਇਕੱਠ ਕੀਤਾ ਜਾਏ, ਇੱਕ ਐਸੀ ਗੈਦਰਿੰਗ ਹੋਏ, ਇੱਕ ਐਸੀ ਕਲਾਸਿਸ ਸ਼ੁਰੂ ਹੋਣ ਜਿਹਦੇ ਵਿੱਚ 15 ਡੇਅਰੀ ਫਾਰਮਿੰਗ ਦੀ ਚੀਜ਼ਾਂ ਦੇ ਬਾਰੇ ਆਮ ਕਿਸਾਨਾਂ ਨੂੰ ਸਿਖਾਇਆ ਜਾਏ, ਜਿਹਦੀ ਬੇਸ਼ੱਕ ਉਹ ਹਲਕੀ ਫੁਲਕੀ ਫੀਸ ਚਾਰਜ ਕਰਨ। ਉਹਦੇ ਵਿੱਚ ਹੋਣਾ ਕੀ ਹੈ ਕਿ ਇੱਕ ਅੱਧਾ ਡਾਕਟਰ ਪੜ੍ਹਾਉਣ ਵਾਲਾ ਹੋਣਾ, ਆਮ ਜਿਹੜਾ ਰੋਜ਼ਮਰਾ ਦਾ ਫੀਲਡ ਦਾ ਉਹਨਾਂ ਦਾ ਕੰਮ ਹੁੰਦਾ ਉਹ ਉਹਨਾਂ ਨੇ ਸਮਝਾਉਣਾ, ਪ੍ਰੈਕਟੀਕਲ ਵਹਾਣਾ ਤੇ ਪ੍ਰੈਕਟਿਸ ਕਰਕੇ ਵਹਾਣੀ ਹੈ। ਉਹਦੇ ਵਿੱਚ ਕਿਤੇ ਵੀ ਕੋਈ ਖਰਚਾ ਨਹੀਂ। ਕੁਰਸੀਆਂ ਹਸਪਤਾਲ 'ਚ ਬਹਿਣ ਜੋਗੀਆਂ ਹੁੰਦੀਆਂ, ਕੁਰਸੀਆਂ ਨਾ ਵੀ ਹੋਣ ਤੇ ਥੱਲੇ ਕਲੀਨ ਪਾ ਲਓ, ਮੰਜੀਆਂ ਡਾਲੋ, ਉੱਥੇ ਆਮ ਜੱਟ ਬੂਟ ਬੰਦੇ ਹੀ ਬਹਿ ਸਕਨੇ ਆ। ਕਰਨਾ ਤੁਸੀਂ ਕੀ ਹੈ ਕਿ ਸਭ ਤੋਂ ਪਹਿਲੇ ਨੰਬਰ ਤੇ ਜਾਨਵਰ ਦੀ ਜਿਹੜੀ ਦੇਖਭਾਲ ਹੈ ਕਿ ਇੱਕ ਜਾਨਵਰ ਨੂੰ ਕਦੋਂ ਪਾਣੀ ਡਾਣਾ ਹੈ, ਕਿੰਨਾ ਵੰਡਾ ਪਾਣਾ, ਕਿੰਨੇ ਪੱਠੇ ਪਾਣੇ ਨੇ, ਕਿਹੜੇ ਪੱਠੇ ਪਾਣੇ ਨੇ, ਕਿਹੜੇ ਮੌਸਮ ਦੇ ਕਿਹੜੇ ਪੱਠੇ ਪਾਣੇ ਨੇ, ਕਿਸ ਤਰ੍ਹਾਂ ਪਾਣੇ ਨੇ, ਕਿੰਨੇ ਪਾਣੇ ਨੇ, ਪਾਣੇ ਵੀ ਨਹੀਂ ਜਾਂ ਨਹੀਂ ਪਾਣੇ। ਇਹ ਪ੍ਰੋਪਰ ਪੜ੍ਹੇ ਲਿਖੇ ਤਰੀਕੇ ਦੇ ਨਾਲ ਸਮਝਾਉਣਾ ਕਿ ਉਹ ਉਸ ਤਰਤੀਬ ਨੂੰ ਲੈ ਕੇ ਚੱਲਣ। ਇਹਦੇ ਨਾਲ ਜਾਨਵਰ ਦਾ ਦੁੱਧ ਵੀ ਕਿਸਾਨਾਂ ਦਾ ਵਧੇਗਾ, ਜਾਨਵਰ ਦਾ ਖਰਚਾ ਘੱਟ ਹੋਏਗਾ, ਕਿਸਾਨ ਨੂੰ ਫਾਇਦਾ ਜ਼ਿਆਦਾ ਹੋਏਗਾ, ਗੌਰਮੈਂਟ ਤੋਂ ਬਰਡਨ ਘਟੇਗਾ। ਦੂਸਰੇ ਨੰਬਰ ਤੇ ਦੋਸਤੋ ਚਾਰੇ ਦੇ ਬਾਰੇ ਮਾਲੂਮਾਤ ਦਿੱਤੀ ਜਾਏ ਕਿ ਚਾਰਾ ਗਰਮੀਆਂ ਦੇ ਵਿੱਚ ਕਿਹੜੇ ਦਿਨ 'ਚ ਕਿਹੜੇ ਮੌਸਮ 'ਚ ਕਿਹੜਾ ਲਾਣਾ ਬਿਹਤਰ ਹੈ, ਕਿਹੜੀ ਨਸਲ ਦਾ ਚਾਰਾ ਜਿਹੜਾ ਉਹ ਕਿਹੜੇ ਮੌਸਮ 'ਚ ਲਾਣਾ ਚਾਹੀਦਾ, ਉਹਨੂੰ ਫਰਟੀਲਾਈਜ਼ਰ ਕਿਹੜਾ ਦੇਣਾ ਹੈ, ਉਹਨੂੰ ਲਾਣਾ ਵੀ ਹੈ ਜਾਂ ਨਹੀਂ ਲਾਣਾ। ਅਗਰ ਚਾਰਾ ਅਸੀਂ ਨਹੀਂ ਲਾ ਸਕਦੇ ਤੇ ਮੁੱਲ ਖਰੀਦ ਕੇ ਅਸੀਂ ਕਿਹੜੇ ਚਾਰੇ ਪਾਈਏ, ਸ਼ਟਾਲਾ ਪਾਈਏ, ਸੈਲਜ ਪਾਈਏ, ਚਰੀ ਪਾਈਏ, ਕਮਾਦ ਪਾਈਏ, ਪਾਣ ਨੂੰ ਤੇ ਸਾਰਾ ਕੁਝ ਪਾ ਲਓ, ਲੇਕਿਨ ਜਿਨ੍ਹਾਂ ਚੀਜ਼ਾਂ ਤੋਂ ਜਾਨਵਰ ਵੀ ਬਿਹਤਰ ਰਵੇ ਔਰ ਜਾਨਵਰ ਦੀ ਜਿਹੜੀ ਡਾਈਟ ਹੈ ਉਹ ਵੀ ਪ੍ਰੋਪਰ ਹੋਵੇ ਔਰ ਸਾਡਾ ਖਰਚਾ ਵੀ ਘੱਟ ਲੱਗੇ। ਦੂਸਰੇ ਨੰਬਰ ਤੇ ਇਹਦੇ ਤੇ ਪ੍ਰੋਪਰ ਜਿਹੜਾ ਨਾ ਉਹ ਭਾਵ ਸਿਖਾਉਣਾ ਚਾਹੀਦਾ ਕਿ ਇਹ ਕੀ ਚੀਜ਼ ਹੈ, ਕਿਸ ਤਰ੍ਹਾਂ ਇਹਨੂੰ ਮੈਨੇਜ ਕਰਨਾ ਚਾਹੀਦਾ। ਤੀਸਰੇ ਨੰਬਰ ਤੇ ਦੋਸਤੋ ਗਾਵਾਂ ਤੇ ਮੱਝਾਂ ਦੀ ਫਿਜ਼ੀਬਿਲਿਟੀ ਕਿ ਅਗਰ ਗਾਵਾਂ ਰੱਖਣੀਆਂ ਤੇ ਕਿੰਨਾ ਪ੍ਰੋਫਿਟ ਹੈ, ਅਗਰ ਮੱਝਾਂ ਰੱਖਣੀਆਂ ਤੇ ਕਿੰਨਾ ਪ੍ਰੋਫਿਟ ਹੈ, ਇਕੱਠੀਆਂ ਰੱਖਣੀਆਂ ਨੇ ਤੇ ਕਿੰਨਾ ਪ੍ਰੋਫਿਟ ਹੈ, ਕਿੰਨੀ ਐਵਰੇਜ ਦੇ ਨਾਲ ਰੱਖਣੀਆਂ ਚਾਹੀਦੀਆਂ ਜਾਂ ਰੱਖਣੀਆਂ ਹੀ ਨਹੀਂ ਚਾਹੀਦੀਆਂ। ਪ੍ਰੋਪਰ ਮੱਝਾਂ ਗਾਵਾਂ ਦੀ ਫਿਜ਼ੀਬਿਲਿਟੀ ਕਿ ਇਹਦੇ 'ਚ ਨਫਾ ਕਿੰਨਾ ਹੈ, ਇਹਦੇ 'ਚ ਨੁਕਸਾਨ ਕਿੰਨਾ ਹੈ, ਨੁਕਸਾਨ ਕਿਸ ਤਰ੍ਹਾਂ ਹੈ, ਨਫਾ ਕਿਸ ਤਰ੍ਹਾਂ ਹੈ, ਕਿਆ ਕੀ ਕਿ ਇਹ ਸਾਰੀਆਂ ਚੀਜ਼ਾਂ ਪ੍ਰੋਪਰ ਸਵਾਲੋ ਜਵਾਬ ਜਿਹੜਾ ਨਾ ਜਿਹੜਾ ਵੀ ਟੀਚਰ ਪ੍ਰੋਫੈਸਰ ਪੜ੍ਹਾਏ ਉਹ ਸਾਰੇ ਇਸ ਪੁਆਇੰਟ ਨੂੰ ਪ੍ਰੋਪਰ ਬਰੀਫ ਕਰੇ। ਚੌਥੇ ਨੰਬਰ ਤੇ ਦੋਸਤੋ ਜਿਹੜੇ ਗੋਸ਼ਤ ਵਾਲੇ ਜਾਨਵਰ ਨੇ, ਫੈਟਨਿੰਗ ਵਾਲੇ ਵੱਛੇ ਨੇ, ਕੱਟੇ ਨੇ, ਇੱਥੇ ਨਾਲ ਹੀ ਲੋਕਾਂ ਨੂੰ ਨਹੀਂ ਹੁੰਦਾ 100 ਕਟਾ ਪਾ ਦਿਓ ਜੀ, 200 ਵੱਛਾ ਪਾ ਦਿਓ ਜੀ,
ਬਾਅਦ ਚੋਂ ਉਹ 50 ਲੱਖ ਦੇ ਪਾਏ ਹੁੰਦੇ ਨੇ 40 ਲੱਖ ਦੇ ਵਿਕਦੇ ਨੇ 30 ਲੱਖ ਉੱਤੇ ਲੱਗ ਜਾਂਦਾ। ਕੀ ਹੋਇਆ ਜੀ 40 ਲੱਖ ਦਾ ਘਾਟਾ ਪੈ ਗਿਆ। ਉਹ ਸਾਰੇ ਜ਼ਿਲ੍ਹੇ 'ਚ ਕੋਈ ਬੰਦਾ ਵੱਛੇ ਵੀ ਨਹੀਂ ਪਾਉਂਦਾ, ਕੱਟੇ ਵੀ ਨਹੀਂ ਪਾਉਂਦਾ। ਜੇ ਕਿਸੇ ਨੂੰ ਕੋਈ 10 ਲੱਖ ਬਚ ਜੇ ਉਹ ਆਂਦਾ ਮੈਨੂੰ ਕਰੋੜ ਬਚ ਗਿਆ, ਸਾਰਾ ਇਲਾਕਾ ਹੀ ਉਸ ਪਾਸੇ ਟੁਰ ਪੈਂਦਾ। ਅਕਲ ਨਾਂ ਦੀ ਚੀਜ਼ ਨੂੰ ਇਸਤੇਮਾਲ ਨਹੀਂ ਕਰਨਾ, ਲੱਗੀ ਫੱਦੀ ਲਕੀਰ ਦੇ ਫਕੀਰ ਮਗਰ ਟੁਰ ਪੈਣਾ। ਚੌਥੇ ਨੰਬਰ ਤੇ ਗੋਸ਼ਤ ਵਾਲੇ ਜਾਨਵਰਾਂ ਦੇ ਵਿੱਚ ਜਿਹੜੀ ਫੈਟਨਿੰਗ ਦੀ ਫਿਜ਼ੀਬਿਲਿਟੀ ਹੈ ਨਾ, ਉਹ ਦੱਸੀ ਜਾਏ ਕਿ ਕਿਹੜੇ ਜਾਨਵਰਾਂ ਦਾ ਸਲਾਟਰ ਹਾਊਸ 'ਚ ਗੋਸ਼ਤ ਜਾਂਦਾ ਹੈ, ਕਿਹੜੇ ਜਾਨਵਰਾਂ ਦਾ ਆਮ ਕਸਾਈਆਂ ਨੂੰ ਸੇਲ ਕੀਤਾ ਜਾ ਸਕਦਾ ਹੈ, ਗੋਸ਼ਤ ਵਾਲੇ ਜਾਨਵਰ ਖਰੀਦਣੇ ਕਿੱਥੋਂ ਚਾਹੀਦੇ ਨੇ। ਪੰਜਵੇਂ ਨੰਬਰ ਤੇ ਦੋਸਤੋ ਮੰਥਲੀ ਕੁਝ ਐਸੀਆਂ ਦਵਾਈਆਂ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਮੱਝਾਂ ਗਾਵਾਂ ਨੂੰ ਲੱਗਦੀਆਂ ਨੇ। ਕੁਝ ਵੈਕਸੀਨ ਐਸੀਆਂ ਜ਼ਰੂਰੀਆਂ ਹੁੰਦੀਆਂ ਨੇ ਕਿ ਜਿਹੜੀਆਂ ਮੱਝਾਂ ਗਾਵਾਂ ਨੂੰ ਲੱਗਦੀਆਂ ਨੇ। ਕਿਹੜੀਆਂ ਦਵਾਈਆਂ ਐਸੀਆਂ ਨੇ, ਜੈਸੇ ਗਾਈਆਂ ਨੂੰ ਇਮੀਜ਼ੋਲ ਟੀਕਾ ਹੈ, ਇਹ 2-3 ਮੰਥ ਬਾਅਦ ਜਾਂ 1 ਮੰਥ ਬਾਅਦ ਲਾਜ਼ਮੀ ਲਾਣਾ ਚਾਹੀਦਾ। ਗਾਵਾਂ ਨੂੰ ਬੁਖਾਰ ਨਹੀਂ ਹੁੰਦਾ, ਬਵੀਰੀਆ ਥਲੀਰੀਆ ਵਾਲੇ ਪਾਸੇ ਗਾਵਾਂ ਨਹੀਂ ਜਾਂਦੀਆਂ। ਐਸੇ ਬੇਸ਼ੁਮਾਰ ਟੀਕੇ ਨੇ ਜਿਹੜੇ ਮੱਝਾਂ ਗਾਵਾਂ ਨੂੰ ਮੰਥਲੀ ਅਗਰ ਲੱਗਦੇ ਰਹਿਣ, ਆਈਵਰਮੈਕਟਨ ਲੱਗਦਾ ਰਹੇ, ਚਿੱਚੜ ਨਾ ਪੈਣ, ਦਵਾਈ ਮਲੀ ਜਾਂਦੀ ਰਹੇ, ਜਾਨਵਰ ਦੀ ਡਿਵਰਮਿੰਗ ਹੁੰਦੀ ਰਹੇ। ਮੰਥਲੀ ਕਿਹੜੀਆਂ ਦਵਾਈਆਂ ਐਸੀਆਂ ਨੇ ਕਿ ਜਿਹੜੀਆਂ ਅਸੀਂ ਆਪਣੇ ਜਾਨਵਰਾਂ ਨੂੰ, ਕੱਟਿਆਂ ਨੂੰ, ਬੱਕਰੀਆਂ ਨੂੰ, ਵੱਛਿਆਂ ਨੂੰ, ਕੁਕੜੀਆਂ ਨੂੰ ਇਹ ਦੇਣੀਆਂ ਨੇ ਤੇ ਸਾਡੇ ਜਾਨਵਰ ਜਿਹੜੇ ਨੇ ਉਹ ਪਰਫੈਕਟ ਰਹਿਣੇ ਨੇ। 6ਵੇਂ ਨੰਬਰ ਤੇ ਦੋਸਤੋ ਇਹ ਵੇ, 5ਵੇਂ ਨੰਬਰ ਤੇ ਕਿ ਈਅਰਲੀ ਜਾਂ 6 ਮਹੀਨਿਆਂ ਬਾਅਦ FMD, ਮੂੰਹ ਖੁਰ, ਲੰਪੀ, ਗਲਗੋਟੂ, ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਬਿਮਾਰੀਆਂ ਨੇ, ਵਾਇਰਲ ਡਿਜ਼ੀਜ਼ ਨੇ, ਇਹਨਾਂ ਦੀ ਕਿਹੜੀ ਵੈਕਸੀਨ ਕਿਹੜੀ ਕੰਪਨੀ ਦੀ ਲੈਣੀ ਹੈ, ਕਿਦੋਂ ਕਰਨੀ ਹੈ, ਕਿੰਨੇ ਦੀ ਲੈਣੀ ਹੈ, ਜਾਂ ਗਵਰਨਮੈਂਟ ਅਗਰ ਪ੍ਰੋਵਾਈਡ ਕਰਨ ਡਈ ਹੈ ਤੇ ਉਹ ਕਿੱਥੋਂ ਲੱਭਣੀ ਹੈ, ਕਿਸ ਤਰ੍ਹਾਂ ਲੱਭਣੀ ਹੈ, ਕਿੰਨੀ ਲਾਣੀ ਹੈ। 6ਵਾਂ ਪੁਆਇੰਟ ਇਹਦੇ ਬਾਰੇ 'ਚ ਪ੍ਰੋਪਰ ਜਿਹੜੀ ਹੈ ਨਾ ਉਹ ਬਰੀਫਿੰਗ ਦਿੱਤੀ ਜਾਏ। 7ਵੇਂ ਨੰਬਰ ਤੇ ਦੋਸਤੋ ਇਹ ਵੇ, 6ਵੇਂ ਤੇ ਸੌਰੀ, ਕਿ ਅੱਛੀ ਜਿਹੜੀ ਗਾਂ ਹੈ ਤੇ ਅੱਛੀ ਮੱਝ ਹੈ ਉਹਦੀ ਪਹਿਚਾਣ ਕੀ ਹੈ। ਇੱਕ ਨਵੇਂ ਫਾਰਮਰ ਨੂੰ ਸਭ ਤੋਂ ਪਹਿਲਾਂ ਯਾਰ ਇਹਨੂੰ ਸਾਇਲੈਂਟ ਕਰ ਲੈ, ਕੰਮ ਦੀ ਗੱਲ ਕਰਨ ਡਿਆ ਵੀ ਤੁਹਾਡਾ ਸਾਰਿਆਂ ਦਾ ਦਿਮਾਗ ਹੀ ਖੋਤਾ ਹੈ। ਕਲਫ ਲਾ ਕੇ ਤੇ ਇੱਥੇ ਬੰਦੇ ਪਾਕਿਸਤਾਨ 'ਚ ਵਾਲ ਕਾਲੇ ਕਰਕੇ ਸਿਆਣੇ ਬਣ ਜਾਂਦੇ ਨੇ। ਅੱਛੀ ਮੱਝ ਤੇ ਅੱਛੀ ਗਾਂ ਦੀ ਪਹਿਚਾਣ ਕੀ ਹੈ ਕਿ ਆਮ ਬੰਦਾ ਕੋਈ ਵੀ ਜਿਹੜਾ ਨਵਾਂ ਮਾਲ ਖਰੀਦਦਾ ਉਹਨੇ ਸਭ ਤੋਂ ਪਹਿਲੋਂ ਕੋਈ ਦਲਾਲ ਲੱਭਣਾ, ਆਪਣੇ ਰਿਸ਼ਤੇਦਾਰਾਂ 'ਚ ਕੋਈ ਸਿਆਣਾ ਬੰਦਾ ਲੱਭਣਾ। ਡੰਗਰ ਮੇਰੇ ਕੋਲ ਕਿਸੇ ਮੰਡੀ ਕਿਤੇ ਵੀ ਜਾਣ ਵਾਸਤੇ ਉਹਦੀ ਜਾਂਦਿਆਂ ਉੱਲੀ 20-30 ਹਜ਼ਾਰ ਦੀ ਉਹਨੇ ਲਾਣੀ ਹੈ। ਉਹਨੇ ਪਰਾਂ ਕਹਿਣਾ ਵੀ ਯਾਰ ਮੇਰੀ ਵੀ ਕੋਈ ਦਿਹਾੜੀ ਸਿੱਧੀ ਕਰਾ ਤੇ ਮੈਂ ਜਿੰਨੇ ਦੀਆਂ ਨਾ ਇਹਨੂੰ ਵੇਚ ਦੇਣਾ। ਇਸ ਐਲੀਜੀਬਲ ਤੇ ਇਸ ਕਾਬਲ ਇੱਕ ਸਾਡਾ ਫਾਰਮਰ ਕਿਸਾਨ ਹੋਏ ਕਿ ਉਹਨੂੰ ਗਾਂ ਦਾ ਤੇ ਮੱਝ ਦਾ A to Z ਪਤਾ ਹੋਏ ਕਿ ਇਹਦੇ ਕਿਹੜੇ ਮੈਂ ਪੁਆਇੰਟਸ ਵੇਖਣੇ ਨੇ, ਕਿੱਥੋਂ ਨਸਲ ਵੇਖਣੀ ਹੈ, ਇਹਦੇ ਸਿੰਗ, ਇਹਦੀ ਧੁੰਨੀ, ਇਹਦੀ ਕੌਲੀ, ਇਹਦਾ ਥਣ, ਛੱਡਾ, ਖੁੱਡਾ, ਪੁੱਠਾ, ਢਾਕਾਂ, ਕਰਾਸ, ਮੱਝਾਂ 'ਚ ਨੀਲੀ ਕਿਹੜੀ ਹੈ, ਰਾਵੀ ਕਿਹੜੀ ਹੈ, ਖੋਟੀ ਕਿਹੜੀ ਹੈ, ਖਰੀ ਕਿਹੜੀ ਹੈ, ਗਾਵਾਂ ਦੇ ਵਿੱਚ ਫਰੀਜ਼ੀਅਨ ਕਿਹੜੀ ਹੈ, ਚੋਲਸਤਾਨੀ ਕਿਹੜੀ ਹੈ, ਜਰਸੀ ਕਿਹੜੀ ਹੈ। ਮੁਕੰਮਲ ਜਿਹੜੀ ਮੱਝਾਂ ਗਾਵਾਂ ਦੀ ਪਹਿਚਾਣ ਹੈ ਨਾ ਉਹਦੇ ਬਾਰੇ ਬਰੀਫ ਕੀਤਾ ਜਾਏ ਕਿ ਮੱਝਾਂ ਇਸ ਤਰ੍ਹਾਂ ਦੀਆਂ ਲੈਣੀਆਂ ਤੇ ਗਾਵਾਂ ਇਸ ਤਰ੍ਹਾਂ ਦੀਆਂ ਲੈਣੀਆਂ ਤੇ ਇਸ ਤਰ੍ਹਾਂ ਦੀਆਂ ਨਹੀਂ ਲੈਣੀਆਂ। 7ਵੇਂ ਨੰਬਰ ਤੇ ਦੋਸਤੋ ਇਹ ਵੇ ਕਿ ਬਰੀਡਿੰਗ ਟਿਪਸ। ਕੋਈ ਵੀ ਕੰਮ, ਕੋਈ ਵੀ ਕਾਰੋਬਾਰ ਡੇਅਰੀ ਫਾਰਮਿੰਗ 'ਚ ਉਦੋਂ ਹੀ ਵੱਧਦਾ ਜਦੋਂ ਤੁਹਾਡੀ ਬਰੀਡਿੰਗ ਤੇ ਬਹੁਤ ਅੱਛੀ ਗ੍ਰਿਪ ਹੈ ਕਿ ਤੁਹਾਡੇ ਕੋਲ ਜਿਹੜਾ ਸੀਮਨ ਹੈ ਜਾਂ ਜਿਹੜਾ ਸੰਡਾ ਹੈ ਜਾਂ ਬੱਚਾ ਹੈ ਉਹ ਐਸਾ ਹੋਏ ਕਿ ਆਉਣ ਵਾਲੀ ਨਸਲ ਤੁਹਾਡੀ ਪਿਛਲੀ ਨਸਲ ਤੋਂ ਬਿਹਤਰ ਹੋਏ, ਉਸ ਤੋਂ ਅਗਲੀ ਨਸਲ ਉਸ ਤੋਂ ਅਗਲੀ ਤੋਂ ਬਿਹਤਰ ਹੋਏ। ਅੱਜ ਅਗਰ ਅਮਰੀਕਾ ਐਵਰੇਜ 70 ਤੋਂ 80 ਲੀਟਰ ਆਪਣੀ ਫਰੀਜ਼ੀਅਨ ਗਾਂ ਕੋ ਦੁੱਧ ਲੈਣ ਡਿਆ ਤੇ ਪਾਕਿਸਤਾਨ ਦੇ ਵਿੱਚ ਆਮ ਦੇਸੀ ਗਾਂ ਦੀ ਐਵਰੇਜ 10 ਤੋਂ 12 ਲੀਟਰ ਹੀ ਹੈ। ਅਸੀਂ ਅੱਜ ਵੀ ਉੱਥੇ ਹੀ ਖਲੋਤੇ ਹਾਂ ਜਿੱਥੇ ਸਾਡੇ ਸਿਆਣੇ ਅੱਜ ਤੋਂ 200 ਸਾਲ ਪਹਿਲਾਂ ਖਲੋਤੇ ਸਨ। ਮੱਝਾਂ ਦੇ ਵਿੱਚ ਪਾਕਿਸਤਾਨ ਜ਼ਰੂਰ ਤਰੱਕੀ ਕਰਨ ਡਿਆ। ਮਜ਼ੀਦ ਇਹਦੇ ਵਿੱਚ ਬਿਹਤਰੀ ਵਾਸਤੇ ਕਿੱਥੋਂ ਅਸੀਂ ਸੀਮਨ ਲੈਣਾ, ਕਿਹੜੇ ਸੰਡੇ ਕੋਲ ਅਸੀਂ ਕਰਾਸ ਕਰਵਾਉਣਾ, ਕਿਸ ਤਰ੍ਹਾਂ ਕਰਵਾਉਣਾ, ਜਾਨਵਰ ਨੂੰ ਜਿਹੜਾ ਉਹ ਬਰੀਡਿੰਗ ਤੇ ਕੋਈ ਬੋਲਦੀ ਨਹੀਂ, ਕਿਸ ਤਰ੍ਹਾਂ ਉਹਨੂੰ ਬੁਲਵਾਉਣਾ, ਕਿਹੜੀ ਦਵਾਈ ਦੇਣੀ ਹੈ, ਕਿਹੜਾ ਟੀਕਾ ਲਾਣਾ, ਸੂਣ ਤੋਂ ਬਾਅਦ ਉਹਦੇ ਕੀ ਲਵਾਜ਼ਮਾਤ ਨੇ, ਇਹ ਸਾਰੀ ਚੀਜ਼ਾਂ ਬਰੀਡਿੰਗ ਦੇ ਬਾਰੇ ਇੱਕ ਚੈਪਟਰ ਹੋਏ ਕਿ ਜਿਹੜਾ ਕਿਸਾਨ ਨੂੰ ਉਹਦੇ ਬਾਰੇ ਡਿਟੇਲ ਦੇ ਨਾਲ ਸਮਝਾਇਆ ਜਾਏ। 8ਵੇਂ ਨੰਬਰ ਤੇ ਦੋਸਤੋ ਇਹ ਵੇ ਕਿ ਬੇਸਿਕ ਮੈਡੀਸਨ ਯਾਨੀ ਕਿ 5 ਗ੍ਰਾਮ ਦਾ ਟੀਕਾ ਹੈ, B12 ਟੀਕਾ ਹੈ, ਸਾੜੂ ਰੋਜ਼ ਜਾਨਵਰਾਂ ਨੂੰ ਪੈਂਦਾ, ਅਮੋਕਸੀਜਨ ਟੀਕਾ ਉਹਦੇ ਵਿੱਚ, ਟਰਾਈ ਐਕਸਲ, ਕੋਈ ਵੀ ਐਂਟੀਬਾਇਓਟਿਕ ਹੈ ਉਹਦੇ ਵਿੱਚ, ਕੌੜਾ ਮਸਾਲਾ ਨਾਲ ਕੀ ਦੇਣਾ, ਹਦਾਇਤ ਕੀ ਨੇ ਕਿ ਇਹਦੇ 'ਚੋਂ ਟਾਕਸਨ ਬਾਈਂਡਰ ਦੇਣਾ, ਸਾਫ਼ ਜਗ੍ਹਾ ਤੇ ਰੱਖਣਾ ਹੈ, ਜਾਨਵਰ ਨੂੰ ਚੁਆਈ ਤੋਂ ਬਾਅਦ ਅੱਧਾ ਘੰਟਾ ਬਾਅਦ ਬਾਹਰ ਬਹਿਣ ਨਹੀਂ ਦੇਣਾ। ਬੇਸਿਕ ਜਿਹੜੀਆਂ ਦਵਾਈਆਂ ਨੇ ਨਾ ਜਿਹੜੇ ਡੇਅਰੀ ਫਾਰਮ ਤੇ ਹਰ ਇੱਕ ਤੇ, ਚਾਹੇ ਕਿਸੇ ਨੇ 1 ਮੱਝ ਰੱਖੀ ਹੈ, ਕਿਸੇ ਨੇ 100 ਰੱਖੀ ਹੈ, ਉਹਦੇ ਡੇਅਰੀ ਫਾਰਮ ਤੇ ਬੇਸਿਕ ਦਵਾਈਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦਾ ਇਸਤੇਮਾਲ ਕੀ ਹੈ। ਉਹਦੇ ਨਾਲ ਕਿਸਾਨ ਦੇ ਪੈਸੇ ਬਹੁਤ ਜ਼ਿਆਦਾ ਬਚਣਗੇ, ਕਿਸਾਨ ਦੇ ਅੰਦਰ ਸਿੱਖਣ ਦਾ ਜਿਹੜਾ ਨਾ ਉਹ ਹੌਸਲਾ ਵਧੇਗਾ। ਹਰ ਦਿਨ ਕਿਸਾਨ ਇਹਨੂੰ ਸਿੱਖਦਾ ਜਾਏਗਾ। ਡਾਕਟਰ ਜਿਹੜੇ DVM ਜਾਂ VA ਬੰਦ ਨੇ ਕੋਈ ਉੱਤੋਂ ਦੇ ਨਹੀਂ ਲੈਂਦੇ,
ਆਮ ਸਾਡੇ ਵਰਗੇ ਬੰਦੇ ਨੇ ਮਿਹਨਤ ਕਰਦੇ ਨੇ, ਸਿੱਖਦੇ ਨੇ 2-3 ਸਾਲ ਤੇ ਉਹ ਕਾਰੀਗਰ ਬਣ ਜਾਂਦੇ ਨੇ, ਹਰ ਚੀਜ਼ ਨੂੰ ਸਮਝਦੇ ਨੇ। ਬੇਸਿਕ ਦਵਾਈ ਡੇਰੇ ਕਿਹੜੀ ਰੱਖਣੀ ਹੈ, ਉਹਦਾ ਇਸਤੇਮਾਲ ਕੀ ਹੈ, ਇਹ ਸਾਡੇ ਕਿਸਾਨ ਨੂੰ ਸਮਝਾਇਆ ਜਾਏ। 9ਵੇਂ ਨੰਬਰ ਤੇ ਦੋਸਤੋ ਇਹ ਵੇ ਕਿ ਜਾਨਵਰ ਜਿਹੜੇ ਨੇ ਉਹ ਕਿੱਥੋਂ ਖਰੀਦਣੇ ਨੇ ਤੇ ਕਦੋਂ ਖਰੀਦਣੇ ਨੇ। ਮੱਝਾਂ ਦਾ ਜੈਸਾ ਕਿ ਹੁਣ ਸੀਜ਼ਨ ਆਊਟ ਹੈ, ਸੂਆ ਬੰਦ ਹੈ, ਮੱਝਾਂ ਹੁਣ ਇਹਨਾਂ ਦਿਨਾਂ 'ਚ ਦਰਮਿਆਨਾ ਰੁੱਖ ਰੱਖ ਕੇ ਖਰੀਦਣੀਆਂ ਚਾਹੀਦੀਆਂ। ਜਿਹਨੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਆਖੇ ਮੈਂ ਹੁਣ ਮੱਝਾਂ ਲੈ ਲੈਣੀਆਂ ਤੇ ਨਹੀਂ, ਗਾਵਾਂ ਇਹਨਾਂ ਦਿਨਾਂ 'ਚ ਖਰੀਦਣੀਆਂ ਚਾਹੀਦੀਆਂ ਨੇ। ਜਦੋਂ ਦੁੱਧ ਦਾ ਮੰਦਾ ਹੈ, ਗਾਵਾਂ ਅੱਗੇ ਨਾਲੋਂ ਮਕੂਲ ਰੇਟ 'ਚ ਲੱਭਦੀਆਂ। 6ਵੇਂ-7ਵੇਂ ਮਹੀਨੇ ਜਾ ਕੇ ਸੂਆ ਚੱਲਾਂ, ਮੱਝਾਂ ਸਸਤੀਆਂ। ਇਹ ਸਾਰਾ ਪ੍ਰੋਪਰ ਮੈਂ ਇੱਕ ਹਿੰਟ ਤੁਹਾਨੂੰ ਦੇਣ ਡਿਆ ਵਾਂ, ਇਹਦੇ ਵਿੱਚ 100 ਹਿੰਟ ਨੇ। ਮੇਰੇ ਵਰਗੇ 100 ਬੰਦੇ ਭਾਓ, ਮੇਰੇ ਤੋਂ ਬੜੇ ਕਾਬਲ ਬੈਠੇ ਨੇ, ਪ੍ਰੋਫੈਸਰ ਬੈਠੇ ਨੇ, ਡਾਕਟਰ ਬੈਠੇ ਨੇ, ਉਹਨਾਂ ਨੂੰ ਕੋਈ ਜਿਹੜਾ ਨਾਲੇਜ ਇੱਥੇ ਲਿਖੋ, ਕਵਰਾਂ 'ਚ ਖੜ ਕੇ ਤੇ ਚੁੱਕੀ ਲੈਣਾ ਜੇ। ਉਹ ਜਦੋਂ ਹਰ ਚੀਜ਼ ਸ਼ੇਅਰ ਕਰਨ, ਉਹਦੇ ਪ੍ਰੋਪਰ ਨੋਟਸ ਬਣਨ, ਪ੍ਰੋਪਰ ਉਹਦੀਆਂ ਬੁੱਕਸ ਬਣਨ, ਉਹ ਹਰ ਪਾਕਿਸਤਾਨ ਦੇ ਪੰਜਾਬ ਦੇ ਕਿਸਾਨ ਨੂੰ ਵੰਡੀਆਂ ਜਾਣ। ਉਹਦੇ ਵਿੱਚ ਦੱਸੋ ਕਿੱਥੋਂ ਗਾਂ ਖਰੀਦਣੀ ਹੈ, ਕਿੱਥੋਂ ਮੱਝ ਖਰੀਦਣੀ ਹੈ, ਕਿਦੋਂ ਖਰੀਦਣੀ ਹੈ, ਕਿਦੋਂ ਨਹੀਂ ਖਰੀਦਣੀ। ਇਹ ਹੋ ਗਿਆ ਸਾਡਾ 9ਵਾਂ ਪੁਆਇੰਟ। 10ਵਾਂ ਪੁਆਇੰਟ ਇਹ ਵੇ ਕਿ ਵੰਡਾ ਇੱਕ ਬੜੀ ਇੰਪੋਰਟੈਂਟ ਚੀਜ਼ ਹੈ। ਵੰਡਾ ਮਾਰਕੀਟ ਦੇ ਵਿੱਚੋਂ ਕਿਹੜਾ ਲੈਣਾ ਤੇ ਉਹ ਚੈੱਕ ਕਿਸ ਤਰ੍ਹਾਂ ਕਰਨਾ ਹੈ ਕਿ ਇਹਦੀ ਜਿਹੜੀ ਇਹ ਸੀਪੀ ਕੀ ਹੈ, ਫਰੂਟ ਪ੍ਰੋਟੀਨ ਇਹਦੇ ਵਿੱਚ ਕਿੰਨਾ ਹੈ, ਇਹਦੇ ਵਿੱਚ એનર્ਜੀ ਕਿੰਨੀ ਹੈ, ਇਹਦੇ ਵਿੱਚ ਡਰਾਈ ਮੈਟਰ ਕਿੰਨਾ ਹੈ, ਇਹਦੇ ਵਿੱਚ ਯੂਰੀਆ ਕਿੰਨਾ ਹੈ, ਇਹਦੇ 'ਚ ਸੋਇਆਬੀਨ, ਹਰ ਚੀਜ਼ ਚੈੱਕ ਕਿਸ ਤਰ੍ਹਾਂ ਕਰਨੀ ਹੈ। ਅਗਰ ਉਹ ਠੀਕ ਹੈ ਅਗਰ ਘਰ ਬਣਾਉਣਾ ਹੈ ਤੇ ਕਿਹੜੀ ਚੀਜ਼ ਸਾਡੀ ਹੋਏਗੀ ਵੱਛਿਆਂ ਵਾਸਤੇ, ਕੱਟਿਆਂ ਵਾਸਤੇ, ਬੱਕਰੀਆਂ ਵਾਸਤੇ, ਮੱਝਾਂ ਵਾਸਤੇ, ਗਾਵਾਂ ਵਾਸਤੇ, ਦੁੱਧ ਵਾਲੇ ਜਾਨਵਰ ਵਾਸਤੇ, ਕਾਟੂ ਮਾਲ ਵਾਸਤੇ, ਖਾਂਗਣਾ ਫੰਡਰਾਂ ਵਾਸਤੇ, ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹਨੂੰ ਅਸੀਂ ਇਸਤੇਮਾਲ ਕਰਾਂਗੇ ਤੇ ਜਾਨਵਰ ਸਾਡਾ ਘਰ ਦੇ ਵੰਡੇ ਦੇ ਨਾਲ ਬਿਹਤਰ ਰਹੇਗਾ। ਘਰ ਦਾ ਪ੍ਰੋਪਰ ਦੱਸਿਆ ਜਾਏ, ਉਸ ਤੋਂ ਬਾਅਦ ਬਾਜ਼ਾਰੀ ਅਗਰ ਲੈਣਾ ਤੇ ਕਿਹੜਾ ਵੰਡਾ ਅੱਛਾ ਹੈ, ਉਹਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ, ਇਹਨੂੰ ਪ੍ਰੋਪਰ ਡਿਟੇਲ ਦੇ ਨਾਲ ਸਮਝਾਇਆ ਜਾਏ। 11ਵੇਂ ਨੰਬਰ ਤੇ ਦੋਸਤੋ ਇਹ ਵੇ ਕਿ ਕੱਟਾ ਕੱਟੀ, ਬਛੜਾ ਬਛੜੀ ਜਾਂ ਗਾਵਾਂ ਮੱਝਾਂ, ਕੋਈ ਵੀ ਡੇਅਰੀ ਫਾਰਮਿੰਗ ਸੈਕਟਰ ਦਾ ਕੰਮ ਹੈ, ਉਹਦੇ ਵਿੱਚ ਇਹ ਦੱਸਿਆ ਜਾਏ ਕਿ ਕਿਹੜੇ ਜਾਨਵਰ ਦੇ ਵਿੱਚ ਨਫਾ ਹੈ, ਕਿਹੜੇ ਜਾਨਵਰ 'ਚ ਨੁਕਸਾਨ ਹੈ, ਕਿਹੜੇ ਬੰਦੇ ਕੋਲ ਜਗ੍ਹਾ ਹੈ ਵੇ, ਕਿਹੜੇ ਕੋਲ ਜਗ੍ਹਾ ਨਹੀਂ ਹੈ, ਜਗ੍ਹਾ ਵਾਲਾ ਬੰਦਾ ਕਿਹੜਾ ਕਾਰੋਬਾਰ ਕਰੇ, ਜਗ੍ਹਾ ਵਾਲਾ ਕਿਹੜਾ ਨਾ ਕਰੇ, ਜਿਹਦੇ ਕੋਲ ਜ਼ਿਆਦਾ ਪੈਸਾ ਉਹ ਬੱਕਰੀਆਂ ਦੀ ਬਜਾਏ ਮੱਝਾਂ ਵਾਲ ਜਾਏ, ਜਾਂ ਜਿਹਦੇ ਕੋਲ ਥੋੜਾ ਪੈਸਾ ਉਹ ਗਾਵਾਂ ਦੀ ਬਜਾਏ ਕੱਟੇ ਪਾਲੇ। ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਅਲੱਗ-ਅਲੱਗ ਕਰਕੇ ਹਰ ਫੀਲਡ ਨੂੰ ਡਿਫਰੈਂਸ਼ੀਏਟ ਕੀਤਾ ਜਾਏ ਕਿ ਕੱਟਾ, ਵੱਛਾ, ਵੱਛੀ, ਕੱਟੀ, ਮੱਝ, ਗਾਂ, ਬੱਕਰੀ, ਖੋਤੀ, ਢੱਗੀ, ਘੋੜੀ, ਜੋ ਵੀ ਫੀਲਡਾਂ ਨੇ ਨਾ ਡੇਅਰੀ ਫਾਰਮਿੰਗ ਦੀਆਂ, ਹਰ ਇੱਕ ਦੀ ਵੱਖਰਾ ਸਕੋਪ ਕੀ ਹੈ, ਕਿਹਦੇ 'ਚ ਕੀ ਫਾਇਦਾ ਤੇ ਕੀ ਨੁਕਸਾਨ ਹੈ, ਹਰ ਇੱਕ ਪ੍ਰੋਪਰ ਡਿਟੇਲ ਦੇ ਨਾਲ ਦੱਸੀ ਜਾਏ। ਇਸ ਤੋਂ ਬਾਅਦ ਦੋਸਤੋ ਬੜਾ ਹੀ ਅਹਿਮ ਪੁਆਇੰਟ ਹੈ 12ਵਾਂ ਕਿ ਫਾਰਮਰ ਨੂੰ ਇਹ ਐਜੂਕੇਟ ਕੀਤਾ ਜਾਏ ਕਿ ਅੱਜ ਜਿਹੜੀ ਗੈਸ ਅਸੀਂ ਘਰਾਂ 'ਚ ਇਸਤੇਮਾਲ ਕਰਨੇ ਆ 500-600 ਜਾਂ ਗਾਲਬਨ 700 ਰੁਪਏ ਕਿਲੋ ਹੈ, ਜਿਹੜੀ ਕਿ 200-250-300 ਤੋਂ ਸ਼ੁਰੂ ਹੋਈ ਸੀ। ਫਾਰਮਰ ਨੂੰ ਐਜੂਕੇਟ ਕੀਤਾ ਜਾਏ, ਨਾ ਕਿ ਉਹਨੂੰ ਇਹ ਦੱਸਿਆ ਜਾਏ ਵੀ 30 ਰੁਪਏ ਜਿਹੜਾ ਨਾ ਉਹ ਗੋਇਆ ਚੁੱਕਣ ਤੇ ਤੁਹਾਡੇ ਟੈਕਸ ਲੱਗ ਗਿਆ। ਫਾਰਮਰ ਨੂੰ ਇਹ ਦੱਸੋ ਕਿ ਕੋਈ ਗੋਬਰ ਗੈਸ ਪਲਾਂਟ ਜਿਹੜਾ ਕਿ 1-2 ਮਰਲੇ ਦੇ ਵਿੱਚ ਲੱਗ ਜਾਂਦਾ ਹੈ, ਇਹ 2 ਮੰਜੀਆਂ ਜਿੰਨੀ ਜਗ੍ਹਾ 'ਚ ਲੱਗ ਜਾਂਦਾ, ਉਹ ਕਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਗੋਬਰ ਪਲਾਂਟ ਕਿਸ ਤਰ੍ਹਾਂ ਲਾਣਾ ਹੈ, ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਕਿਸ ਤਰ੍ਹਾਂ ਉਹਦੇ ਤੋਂ ਅਸੀਂ ਆਪਣੇ ਘਰ ਗੈਸ ਸਪਲਾਈ ਕਰਨੀ ਹੈ, ਤਾਂ ਕਿ ਜਿੰਨੇ ਕਿਸਾਨ ਨੇ ਉਹ ਕਮ ਅਜ਼ ਕਮ ਆਪਣੇ ਘਰ ਦੀ ਗੈਸ ਜਿਹੜੀ ਉਹ ਰੋਜ਼ ਕਿਲੋ 2 ਕਿਲੋ ਬਾਲਦੇ ਨੇ, 1000 ਰੁਪਏ ਦਾ ਖਰਚਾ ਕਰਦੇ ਨੇ, ਉਹ ਆਪਣੀ ਬਚਤ ਕਰ ਸਕਣ, ਗੋਹੇ ਨੂੰ ਯੂਟਿਲਾਈਜ਼ ਕਰ ਸਕਣ। ਗਵਰਨਮੈਂਟ ਪ੍ਰੋਪਰ ਉਹ ਗੋਹੇ ਦਾ ਇਕੱਠਾ ਕਰਕੇ ਉਹਦੀ ਗੈਸ ਬਣਾ ਕੇ ਮੁਲਕ ਨੂੰ ਪ੍ਰੋਵਾਈਡ ਕਰੇ। ਬਾਹਰੋਂ ਜਿਹੜਾ ਐਡਾ ਜ਼ਰੇ ਮੁਬਾਦਲਾ ਹੀ ਖਰਚ ਕਰਕੇ ਤੇ ਖਰੀਦਨੇ ਆ ਪਏ, ਉਹ ਸਾਡੀ ਬਚਤ ਹੋਏ, ਉਹ ਗਵਰਨਮੈਂਟ ਤੋਂ ਬਰਡਨ ਘਟੇ। ਸਾਡੇ ਪਾਕਿਸਤਾਨ ਦੇ ਵਿੱਚ 50 ਤੋਂ 60% ਆਵਾਮ ਮੱਝਾਂ ਗਾਵਾਂ ਰੱਖਣ ਵਾਲੀ ਹੈ, ਤੇ ਅਗਰ ਮੱਝਾਂ ਗਾਵਾਂ ਰੱਖਣ ਵਾਲੀ ਹੈ ਤੇ ਗੋਬਰ ਗੈਸ ਪਲਾਂਟ ਲਾਣਾ ਮੁਸ਼ਕਲ ਹੀ ਕੋਈ ਨਹੀਂ। ਉਹਦੇ ਬਾਰੇ ਪ੍ਰੋਪਰ ਐਜੂਕੇਟ ਕੀਤਾ ਜਾਏ ਕਿ ਕਿਸ ਤਰ੍ਹਾਂ ਇਹ ਬਣਾਉਣਾ ਹੈ, ਕਿਸ ਤਰ੍ਹਾਂ ਯੂਜ਼ ਕਰਨਾ ਹੈ, ਕਿੰਨਾ ਗੋਇਆ ਪਾਣਾ, ਕਿੰਨਾ ਨਹੀਂ ਪਾਣਾ। 12ਵਾਂ ਪੁਆਇੰਟ। 13ਵਾਂ ਪੁਆਇੰਟ ਇਹ ਵੇ ਕਿ ਜਿਹੜੀਆਂ ਤਮਾਮ ਕਲਾਸਿਸ ਹੋਣ, ਜਿਹਨੂੰ ਪ੍ਰੋਪਰ ਨੋਟਸ ਬਣਨ, ਕਿਤਾਬਾਂ ਬਣਨ, ਉਹਦੇ ਬਾਰੇ ਗਾਈਡ ਕੀਤਾ ਜਾਏ ਕਿ ਕਿਸ ਤਰ੍ਹਾਂ ਜਿਹੜਾ ਨਾ ਸੋਸ਼ਲ ਮੀਡੀਆ ਤੇ ਟੋਟਲੀ ਇਹਨੂੰ ਲਿਆਇਆ ਜਾਏ। ਜਿਹੜੇ ਬੰਦੇ ਬਾਹਰ ਬੈਠੇ ਨੇ, ਕੋਈ ਪੜ੍ਹੇ ਲਿਖੇ ਨੇ, ਉਹ ਪਿੱਛੇ ਆਪਣੇ ਵੱਡਿਆਂ ਨੂੰ ਜਾਂ ਛੋਟਿਆਂ ਨੂੰ ਗਾਈਡ ਕਰ ਸਕਣ। ਜਿਹੜੇ ਬੰਦੇ ਆਪਣੇ ਕੰਮਾਂ ਤੇ ਨੇ, ਵਿਹਲੇ ਨਹੀਂ, ਜਾਂ ਕਿਸੇ ਵੀ ਡੇਅਰੀ ਫਾਰਮਿੰਗ ਸੈਕਟਰ 'ਚ ਕੋਈ ਥੋੜਾ ਪੜ੍ਹਿਆ ਲਿਖਿਆ ਸੋਸ਼ਲ ਮੀਡੀਆ ਨੂੰ ਯੂਜ਼ ਕਰਦਾ, ਕੋਈ ਆ ਨਹੀਂ ਸਕਦਾ, ਕੋਈ ਟਾਈਮ ਨਹੀਂ ਦੇ ਸਕਦਾ, ਉਹ ਪ੍ਰੋਪਰ ਉਹਨੂੰ ਸਰਚ ਕਰਕੇ ਕੱਢ ਕੇ ਚੈੱਕ ਕਰੇ ਕਿ ਇਹ 2 ਘੰਟੇ ਦੀ ਜਾਂ ਇਹ 3 ਘੰਟੇ ਦੀ ਕਲਾਸ ਹੈ, ਇਸ ਟਾਪਿਕ ਤੇ ਵੇ, ਮੈਂ ਇਹਨੂੰ ਪੂਰਾ ਡਿਟੇਲ ਦੇ ਨਾਲ ਸੁਣਾ ਤਾਂ ਕਿ ਉਹ ਸਿੱਖ ਸਕੇ ਔਰ ਲਾਈਫ ਟਾਈਮ ਉਹ ਸੋਸ਼ਲ ਮੀਡੀਆ ਕਲਾਸਿਸ ਸਾਡੇ ਡੇਅਰੀ ਫਾਰਮਰਸ ਲਈ ਕੰਮ ਆਉਣਗੀਆਂ। ਇਸ ਤੋਂ ਬਾਅਦ ਦੋਸਤੋ ਗਵਰਨਮੈਂਟ ਦਾ 14ਵਾਂ ਪੁਆਇੰਟ ਇਹਦੇ ਤੇ 1 ਰੁਪਈਆ ਖਰਚਾ ਨਹੀਂ ਲੱਗੇਗਾ। ਠੀਕ ਹੈ, ਜਿਹੜੀ ਕਿਤਾਬ ਛਪਣ ਤੇ ਖਰਚਾ ਹੁੰਦਾ
ਕਿਸਾਨਾਂ ਦੇ ਕੋਲੋਂ ਲਵੋ, 100 ਲੱਗਦਾ 200 ਲੱਗਦਾ ਦੇਾਂਗੇ, ਕੋਈ ਮਸਲਾ ਨਹੀਂ। ਸੋਸ਼ਲ ਮੀਡੀਆ ਦਾ ਕੋਈ 1 ਰੁਪਈਆ ਖਰਚਾ ਨਹੀਂ, ਇਸ਼ਤਿਹਾਰਾਂ ਦਾ ਕੋਈ ਖਰਚਾ ਨਹੀਂ। ਸਿਰਫ ਹਰ ਯੂਨੀਅਨ ਕੌਂਸਲ ਦੇ ਵਿੱਚ, ਹਰ ਸਰਕਾਰੀ ਹਸਪਤਾਲ ਦੇ ਵਿੱਚ, ਹਰ ਜਿੱਥੇ ਵੀ ਕੋਈ ਸਰਕਾਰੀ ਵੈਟਰਨਰੀ ਡਾਕਟਰ ਹੈ ਉਹਦੇ ਏਰੀਆ ਦੇ ਵਿੱਚ ਕਲਾਸਿਸ ਦਾ ਆਗਾਜ਼ ਹੋਏ, ਉੱਥੇ ਕੁਰਸੀਆਂ ਤੇ ਬਹਿਣ ਵਾਲਾ ਥਾਂ ਹੈ। ਕੋਈ ਸਾਨੂੰ ਚਾਹ ਨਾ ਪਿਆਓ, ਕੋਈ ਸਾਨੂੰ ਪਾਣੀ ਨਾ ਪਿਆਓ, ਕੋਈ ਖਾਣਾ ਨਾ ਖਵਾਓ, ਸਿਰਫ ਸਾਨੂੰ ਇਲਮ ਦੇਵੋ, ਦੇਸੀ ਤਰੀਕੇ ਦੇ ਨਾਲ ਦੇਵੋ, ਝਟਕੇ ਤਰੀਕੇ ਦੇ ਨਾਲ ਦੇਵੋ। ਹਰ ਚੀਜ਼ ਅਸੀਂ ਪੰਜਾਬੀ ਆ, ਜੰਮਦੇ ਪੰਜਾਬੀ ਆ, ਮਰਦੇ ਪੰਜਾਬੀ ਆ। ਸਾਨੂੰ ਪੰਜਾਬੀ 'ਚ ਹੀ ਸਿਖਾਓ, ਅਸੀਂ ਪੰਜਾਬੀ 'ਚ ਹੀ ਸਿੱਖਾਂਗੇ। ਜਿਹੜਾ ਕੋ ਪੜ੍ਹਿਆ ਲਿਖਿਆ ਉਹਦੇ ਲਈ ਉਰਦੂ 'ਚ ਟੀਚਿੰਗ ਕਰ ਲਵੋ। ਕੋਈ ਕਿਸੇ ਤਰ੍ਹਾਂ ਦਾ ਗੌਰਮੈਂਟ ਦਾ ਇਹਦੇ ਤੇ 1 ਰੁਪਈਆ ਖਰਚਾ ਨਹੀਂ। ਆਏ ਵੀ ਥੋੜਾ ਬਹੁਤਾ ਅਸੀਂ ਅਫੋਰਡ ਕਰਾਂਗੇ, ਲੇਕਿਨ ਇਸ ਮੈਨੇਜਮੈਂਟ ਨੂੰ ਤੁਸੀਂ ਚਲਾਉਣਾ। ਉਸ ਤੋਂ ਬਾਅਦ ਦੋਸਤੋ 15ਵੇਂ ਨੰਬਰ ਤੇ ਇਹ ਵੇ ਕਿ ਬੜਾ ਹੀ ਮੇਨ ਇਸ਼ੂ ਹੈ ਡੇਅਰੀ ਫਾਰਮਿੰਗ ਸੈਕਟਰ ਦਾ, ਕਿ ਹਰ ਕਿਸਾਨ ਸਾਡਾ, ਮੈਂ ਸਮਝਦਾ ਕਿ 90% ਜਿਹੜਾ ਕਿਸਾਨ ਹੈ ਨਾ, 2 4 5 10 ਜਾਨਵਰਾਂ ਤੋਂ 50 ਜਾਨਵਰ ਰੱਖਣ ਵਾਲਾ, ਉਹ ਅਨਐਜੂਕੇਟ ਹੈ, ਉਹ ਅਨਪੜ੍ਹ ਹੈ, ਉਹ ਚੀਜ਼ਾਂ ਨੂੰ ਨਹੀਂ ਸਮਝਦਾ। ਉਹਨੂੰ ਇਹ ਨਹੀਂ ਪਤਾ ਕਿ ਮੇਰੇ ਜਾਨਵਰ ਨੂੰ ਸਾੜੂ ਪਿਆ, ਮੈਂ ਕਿਹੜੀ ਦਵਾਈ ਲਾਣੀ ਹੈ, ਮੇਰਾ ਜਾਨਵਰ ਪੱਠੇ ਨਹੀਂ ਖਾਣ ਡਿਆ, ਮੈਂ ਇਹਨੂੰ ਕਿਹੜੀ ਦਵਾਈ ਲਾਣੀ, ਇਹਨੂੰ ਕੀ ਮਸਲਾ ਹੋਇਆ, ਮੈਂ ਟੈਂਪਰੇਚਰ ਕਿਦੋਂ ਲੈਣਾ, ਮੈਂ ਇਹਦਾ BP ਉਹ ਹਰ ਚੀਜ਼ ਕਿਵੇਂ ਚੈੱਕ ਕਰਨੀ ਹੈ। ਇਹਦੇ ਵਿੱਚ ਦੋਸਤੋ ਜਿਹੜਾ ਡਾਕਟਰ ਸਾਡੇ ਕਿਸਾਨਾਂ ਨੂੰ ਉੱਲੀ ਲਾ ਰਹੇ ਨੇ ਆਮ ਲਫ਼ਜ਼ਾਂ ਦੇ ਵਿੱਚ, ਕਿ ਆਮ ਡਾਕਟਰ ਘਰੋਂ ਆਇਆ ਨਾ 4-5 ਕਿਲੋਮੀਟਰ ਸਫ਼ਰ ਕਰਕੇ, ਤੇ ਬੜੇ ਚੰਗੇ ਵੀ ਹੈ ਨੇ, ਲੇਕਿਨ ਜ਼ਿਆਦਾਤਰ ਕੀ ਹੈ ਕਿ ਜਾਨਵਰ ਥੋੜਾ ਜਿਹਾ ਢਿੱਲਾ ਮੱਠਾ ਹੈ ਨਾ, BP ਲੋ ਹੋਇਆ, ਜਾਨਵਰ ਸਫ਼ਰ ਦਾ ਕੁਝ ਥਕੇਵਾਂ ਮੰਨਿਆ ਹੈ, ਜਾਂ ਜਾਨਵਰ ਨੂੰ ਹਲਕਾ ਜਿਹਾ ਬੁਖਾਰ ਹੈ, ਤੇ ਉਹਨਾਂ ਨੇ ਜਨਾਬ ਇੱਕ ਕੋ ਦਰਦ ਦਾ ਟੀਕਾ, ਇੱਕ ਐਂਟੀਬਾਇਓਟਿਕ ਤੇ ਇੱਕ ਟੀਕਾ ਤਾਕਤ ਦਾ, 50 ਜਾਂ 100 ਰੁਪਏ ਦਾ ਇੱਕ ਟੀਕਾ ਹੋਣਾ, 300-400 ਲੱਗਣਾ। ਜਾਣ ਲੱਗਿਆ ਉਹਨਾਂ ਕਹਿਣਾ ਜੀ 3000 ਰੁਪਈਆ ਦੇ ਦਿਓ। ਹੁਣ ਫਾਰਮਰ ਨੂੰ ਇਹ ਪਤਾ ਹੀ ਨਹੀਂ ਕਿ ਮੇਰਾ ਕਿਹੜਾ ਟੀਕਾ ਹੈ, ਕਿਹੜਾ ਟੀਕਾ ਕਿੰਨੇ ਇਹਨੇ ਲਾਇਆ, ਕਿਹੜਾ ਨਹੀਂ ਲਾਇਆ। ਉਹਨੇ ਡਰਦਿਆਂ ਦੇ ਦੇਣੇ ਕਿ ਯਾਰ ਇਹਨੂੰ ਨਾ ਦਿੱਤੇ ਜਾਂ ਇਹਦੇ ਨਾਲ ਬਹਿਸ ਕੀਤੀ ਤੇ ਇਹਨੇ ਅੱਗੋਂ ਕੋਈ ਨਹੀਂ ਹੋਣਾ। ਕਮ ਅਜ਼ ਕਮ ਜਦੋਂ ਕੋਈ ਡਿਲੀਵਰੀ ਦਾ ਕੇਸ ਫਸ ਗਿਆ ਜਾਂ ਬੜੇ ਸੀਰੀਅਸ ਮੈਟਰਸ ਨੇ, ਉਹਦੇ ਵਿੱਚ ਡਾਕਟਰਸ ਨੂੰ ਹਾਇਰ ਕੀਤਾ ਜਾਏ, ਵਰਨਾ ਪ੍ਰੋਪਰ ਡੇਅਰੀ ਫਾਰਮਰ ਇਸ ਕਾਬਲ ਹੋਣ। ਸਾਡੇ ਕਿਸਾਨਾਂ ਨੂੰ ਇੰਨੀ ਮਿਹਨਤ, ਇੰਨੀ ਐਫਰਟ ਕਰਨੀ ਚਾਹੀਦੀ ਹੈ, ਚਾਹੇ ਪਾਕਿਸਤਾਨ ਦੇ ਕਿਸੇ ਵੀ ਕਿਨਾਰੇ 'ਚ ਰਹਿੰਦੇ ਨੇ, ਕਿ ਹਰ ਜਾਨਵਰ ਦੀ ਬਿਮਾਰੀ ਨੂੰ ਤਸ਼ਖੀਸ ਕਰਨਾ ਜਾਣਨ, ਉਹਦਾ ਇਲਾਜ ਕਰਨਾ ਦੇਸੀ ਵਿਲਾਇਤੀ ਤਰੀਕੇ ਨਾਲ ਜਾਣਨ। ਕੋਈ ਕਿਸੇ ਤਰ੍ਹਾਂ ਦਾ ਮੁਸ਼ਕਲ ਨਹੀਂ। ਮੈਂ ਤੁਹਾਡੇ ਸਾਹਮਣੇ ਬੰਦਾ ਬੈਠਾ, ਕੋਈ ਜਾਨਵਰਾਂ ਦੀ ਬਿਮਾਰੀ ਕਰ ਲਓ, ਦੇਸੀ ਵਿਲਾਇਤੀ ਸਾਡੇ ਕਾਗਜ਼ਾਂ 'ਚ ਲਿਖੀ ਹੈ, ਸਿੱਖੀ ਹੈ, ਕੋਈ ਕਿਸੇ ਕੋਲੋਂ ਫੜੀ ਨਹੀਂ, ਥੋੜੀ ਕਰਕੇ ਹਰ ਚੀਜ਼ ਸਿੱਖੀ ਹੈ। ਉਹਦੇ ਵਿੱਚੋਂ ਉਹਨੂੰ ਅਪਲਾਈ ਕੀਤਾ, ਸਿੱਖਿਆ, ਇੱਕ ਨੁਸਖਾ ਨਹੀਂ ਕੰਮ ਆਇਆ, ਦੂਜਾ ਕੀਤਾ, ਤੀਜਾ ਕੀਤਾ, ਪੰਜਵਾਂ ਕੀਤਾ, ਚੌਥੇ ਪੰਜਵੇਂ ਤੇ ਜਾ ਕੇ ਹਰ ਇੱਕ ਜਿਹੜੀ ਬਿਮਾਰੀ ਹੈ ਉਹ ਫੜ ਕਾਤੀ ਹੈ, ਉਹਦਾ ਇਲਾਜ ਕੀਤਾ ਜਾ ਸਕਦਾ। ਕੋਈ ਵੀ ਇਲਮ ਬੰਦਾ ਨਾ ਨਾਲ ਲੈ ਕੇ ਜਾ ਸਕਦਾ ਤੇ ਨਾ ਨਾਲ ਲੈ ਕੇ ਆਇਆ। ਜੋ ਕਿਸੇ ਕੋਲ ਹੈ ਉਹਨੂੰ ਫਿਲਾਓ, ਅੱਲਾ ਦੀ ਜ਼ਾਤ ਤੁਹਾਡਾ ਇਲਮ ਮਜ਼ੀਦ ਵਧਾਏਗੀ। ਵੀਡੀਓ ਅੱਛੀ ਲੱਗੇ ਸ਼ੇਅਰ ਕਰਨੀ ਹੈ, ਮੈਡਮ ਪ੍ਰਾਈਮ ਮਿਨਿਸਟਰ ਤੱਕ ਵੀਡੀਓ ਜਾਏ। ਅਗਰ ਉਹਨਾਂ ਨੂੰ ਇਹ ਕੀ ਪੁਆਇੰਟਸ ਅੱਛੇ ਲੱਗਣ ਤੇ ਇਹਦੇ ਤੇ ਪ੍ਰੋਪਰ ਕਲਾਸਿਸ ਜਲਦੀ ਤੋਂ ਜਲਦੀ ਬਿਠਾਓ। ਜਿਹੜੇ ਵੈਟਰਨਰੀ ਹਸਪੀਟਲ ਨੇ ਉਹਨਾਂ ਤੇ ਇਹਨਾਂ ਕਲਾਸਿਸ ਦਾ ਆਗਾਜ਼ ਹੋਏ, ਯੂਨੀਅਨ ਕੌਂਸਲ 'ਚ ਹੋਏ, ਜਾਂ ਕੋਈ ਡੇਰੇ ਵਾਲੇ ਆਮ ਹਰ ਇਲਾਕੇ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਬੰਦੇ ਆਖਣਗੇ ਪਿਆਓ ਯਾਰ ਇੱਥੇ ਸਾਡੇ ਕੋਲ ਕਰ ਲਵੋ, ਪ੍ਰੋਪਰ ਉਹਦੇ ਰੈਗੂਲਰ ਚੱਲਣ। ਅਗਰ ਇਹ ਹੁੰਦਾ ਤੇ ਕਿਸਾਨਾਂ ਅੱਗੇ ਰਿਕੁਐਸਟ ਹੈ ਕਿ ਇਹਨੂੰ ਪ੍ਰੋਪਰ ਸਿੱਖੋ। ਜਦੋਂ ਕਿਸੇ ਕੰਮ ਨੂੰ ਤੁਸੀਂ ਸਿੱਖ ਕੇ ਸ਼ੁਰੂ ਕਰੋਗੇ ਨਾ, ਤੁਹਾਡੀ ਸਪੀਡ ਉਹਦੇ ਨਾਲੋਂ 10 ਗੁਣਾ ਜ਼ਿਆਦਾ ਹੋ ਜਾਏਗੀ। ਇੱਕ ਅਨਪੜ੍ਹ ਬੰਦਾ ਜਦੋਂ ਕਿਸੇ ਕਾਰੋਬਾਰ 'ਚ ਵੜਦਾ ਨਾ, ਜਿੱਥੇ ਉਹ 10 ਸਾਲਾਂ 'ਚ ਪਹੁੰਚਦਾ, ਇੱਕ ਪੜ੍ਹਿਆ ਲਿਖਿਆ ਬੰਦਾ 6 ਮਹੀਨਿਆਂ 'ਚ ਉੱਥੇ ਪਹੁੰਚ ਜਾਂਦਾ। ਕੀ ਵਜ੍ਹਾ ਹੁੰਦੀ ਹੈ ਕਿ ਉਹਦੇ ਕੋਲ ਬੇਸਿਕ ਨੌਲੇਜ ਸਾਰਾ ਹੁੰਦਾ। ਗਵਰਨਮੈਂਟ ਨੂੰ ਚਾਹੀਦਾ ਹਰ ਕਿਸਾਨ ਅੱਗੇ ਬੇਸਿਕ ਨੌਲੇਜ ਸ਼ੇਅਰ ਕਰਨ। ਨਿਰਾ ਡੇਅਰੀ ਫਾਰਮਿੰਗ ਸੈਕਟਰ 'ਚ ਨਹੀਂ, ਹਰ ਸੈਕਟਰ ਦੇ ਵਿੱਚ ਪ੍ਰੋਪਰ ਕਲਾਸਿਸ ਬਿਠਾਉਣੀਆਂ ਚਾਹੀਦੀਆਂ ਨੇ, ਪ੍ਰੋਪਰ ਐਜੂਕੇਟ ਕਰਨਾ ਚਾਹੀਦਾ। ਜਿੰਨਾ ਅਸੀਂ ਆਪਣੇ ਮੁਲਕ ਨੂੰ ਐਜੂਕੇਟ ਕਰਾਂਗੇ, ਤਾਲੀਮ ਦੇਵਾਂਗੇ, ਓਨੇ ਸਾਡੇ ਵਿੱਚ ਕਾਮਯਾਬ ਬੰਦੇ ਪੈਦਾ ਹੋਣਗੇ। ਨਹੀਂ ਤੇ ਉਹ ਹੀ ਚਮਚੇ ਕਮੈਂਟਾਂ 'ਚ ਉਂਗਲਾਂ ਲੈਣ ਵਾਲੇ ਤੇ ਦੇਣ ਵਾਲੇ ਜੰਮਦੇ ਰਹਿਣਗੇ, ਤੇ ਉਹਨਾਂ ਦਾ ਹੱਲ ਕੋਈ ਨਹੀਂ, ਇਲਾਜ ਕੋਈ ਨਹੀਂ। ਵੀਡੀਓ ਅੱਛੀ ਲੱਗੇ ਸ਼ੇਅਰ ਕਰਿਓ ਜੇ। ਇਹ ਹੁਣ ਭਾਈ ਨਾਸਰ ਹੈ, ਉਧਰ ਨੂੰ ਕੈਮਰਾ ਮਾਰ ਜਰਾ, ਦੰਦ ਕੱਢੀ ਜਾਣ ਡਿਆ, ਇਹਨਾਂ ਕੋਈ ਗੱਲ ਸਮਝ 'ਚ ਆਉਣ ਡਈ ਹੈ ਨਾ ਗੱਲ ਹੋਣ ਡਈ ਹੈ। ਇੰਜ ਦੇ ਬੰਦੇ ਵੀ ਜਿਹੜੇ ਅਨਪੜ੍ਹ ਨੇ ਨਾ, ਹੁਣ ਭਾਈ ਨਾਸਰ ਹੈ, ਇਹ ਮਾਲ ਖਰੀਦਦੇ ਨੇ ਤੇ ਪੱਠੇ ਪਾਉਣ ਤੋਂ ਡਰਦੇ ਨੇ ਕਿ ਕੁਝ ਹੋ ਨਾ ਜਾਏ, ਕਿਤੇ ਕੋਈ ਕੰਮ ਨਾ ਪਾਈਏ, ਕੋਈ ਸਾੜੂ ਨਾ ਪਾਈਏ, ਕੋਈ ਬੱਚਾ ਨਾ ਅੜ ਜੇ, ਕੋਈ ਜੇਰ ਨਾ ਅੜ ਜੇ। ਇਹ ਸਾਰੇ ਬੰਦੇ ਸਿੱਖ ਸਕਦੇ ਨੇ ਅਗਰ ਇਹਨਾਂ ਚੀਜ਼ਾਂ ਦਾ ਆਗਾਜ਼ ਹੋਏ, ਇਹ ਪ੍ਰੋਪਰ ਇਹਨਾਂ ਚੀਜ਼ਾਂ ਨੂੰ ਸਿੱਖਣ। ਤੇ ਗੁਜ਼ਾਰਿਸ਼ ਹੈ, ਅਗੇਨ ਦੱਸਣਾ ਮੇਰਾ ਮਕਸਦ ਹੀ, ਸ਼ੇਅਰ ਕਰਨਾ ਤੁਹਾਡਾ ਮਕਸਦ ਹੈ। ਗਵਰਨਮੈਂਟ ਅੱਗੇ ਰਿਕੁਐਸਟ ਹੈ ਕਿ ਇਹਨੂੰ ਪ੍ਰੋਪਰ ਐਕਸ਼ਨ ਲਵੋ, ਫਸਟ ਸਟੈਪ ਲਵੋ। ਇਹ ਬਹੁਤ ਜ਼ਰੂਰੀ ਹੈ, ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਏਗਾ। ਜਦੋਂ ਅਸੀਂ ਬਰੀਡਿੰਗ ਤੇ ਕੰਮ ਕਰਾਂਗੇ, ਪੱਠਿਆਂ ਨੂੰ, ਦੁੱਧ ਨੂੰ, ਵੈਕਸੀਨੇਸ਼ਨ ਨੂੰ, ਮੈਡੀਕੇਸ਼ਨ ਨੂੰ, ਹਰ ਚੀਜ਼ ਨੂੰ ਪ੍ਰੋਪਰ ਲੈ ਕੇ ਚੱਲਾਂਗੇ। ਦੁੱਧ ਸਾਡਾ ਅਗਰ
100 ਲੱਖ ਟਨ ਨੇ ਜਾਂ ਅੱਗੇ ਅਸੀਂ 100 ਕਿਲੋ ਝੋਣਦੇ ਆ ਤੇ ਸਾਡਾ ਕਮ ਅਜ਼ ਕਮ 160-70 ਕਿਲੋ ਹੋਈਏਗਾ। ਸਾਡੇ ਖਰਚੇ ਘਟ ਜਾਣਗੇ, ਸਾਡੇ ਦੁੱਧ ਦੀ ਰੇਸ਼ੋ ਵਧੇਗੀ, ਸਾਡੇ ਥੋੜੇ ਪੈਸਿਆਂ ਦੇ ਵਿੱਚ ਸਾਡਾ ਨਿਜ਼ਾਮ ਚੱਲਣ ਲੱਗ ਪਏਗਾ। ਇੱਕ ਨੈਕਸਟ ਵੀਡੀਓ 'ਚ ਮਿਲਾਂਗੇ। ਆਪਣੇ ਉਸ ਨਾਦਰ ਅਹਿਮਦ ਨੂੰ ਇਜਾਜ਼ਤ ਦਿਵੋ।